ਮੁੱਦਾ ਯੂਐਸਏ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਚਰਚਾ ਚੱਲ ਰਹੀ ਸੀ ਐਪਕਾ ਦੇ ਫ੍ਰੈਜ਼ਨੋ ਚੈਪਟਰ ਦੇ ਚੇਅਰਮੈਨ ਐਂਡੀ ਚਿਕਾਰਾ ਨਾਲ, ਕਿਉਂਕਿ ਗੈਸ ਸਟੇਸ਼ਨਾਂ ਦੇ ਉਹਨੂੰ ਦੇਖਣ 'ਚ ਆਇਆ ਕਾਫੀ ਵਾਰਦਾਤਾਂ ਵੀ ਹੁੰਦੀਆਂ, ਚਾਹੇ ਆਮ ਰੋਬਰੀਜ਼ ਕਹਿ ਲਈਏ, ਚਾਹੇ ਚੋਰੀ ਕਹਿ ਲਈਏ, ਔਰ ਹੁਣ ਜਿਹੜੀ ਨਵੀਂ ਸ਼ੁਰੂ ਹੋ ਗਈ ਆ ਗੈਸੋਲੀਨ ਤੇ ਡੀਜ਼ਲ ਦੀ ਚੋਰੀ, ਇਹ ਵੀ ਕਾਫੀ ਇਸ ਵੇਲੇ ਜਿਹੜੀ ਆ ਇਹਦੇ ਲੋਕ ਇਹ ਤੋਂ ਬੜੇ ਪਰੇਸ਼ਾਨ ਹੋਏ ਦੇ ਨੇ। ਐਂਡੀ ਜੀ, ਹੁਣ ਕੁੱਲ ਮਿਲਾ ਕੇ ਕਹੀਏ ਜਿੱਦਾਂ ਤੁਸੀਂ ਐਪਕਾ ਚਲਾਉਂਦੇ ਹੋ, ਰਾਈਟ, ਕਿੰਨੇ ਗੈਸ ਸਟੇਸ਼ਨ ਵਾਲੇ ਤੁਹਾਡੇ ਮੈਂਬਰ ਹੋਣੇ ਆ? ਸਾਡੇ ਕੋਲ about 380 ਪਲੱਸ ਮੈਂਬਰ ਫ੍ਰੈਜ਼ਨੋ ਚੈਪਟਰ 'ਚ, ਲੇਕਿਨ ਪੂਰੇ ਜਿਹੜੇ ਕੈਲੀਫੋਰਨੀਆ 'ਚ ਸਾਡੇ ਕੋਲ ਕੋਈ 1700 ਮੈਂਬਰ 1700 ਹੈ। ਹੁਣ ਇਹ ਕਿੱਦਾਂ ਬਚਿਆ ਜਾ ਸਕਦਾ ਜਿਹੜੀ ਰੋਬਰੀਜ਼ ਨੇ, ਜਿੱਦਾਂ ਤੁਸੀਂ ਹਾਲਾਂਕਿ ਪਹਿਲਾਂ ਕਿਹਾ ਵੀ 100% ਤਾਂ ਨਹੀਂ ਹੋ ਸਕਦਾ, ਲੇਕਿਨ ਅਸੀਂ ਉਹਨੂੰ ਘਟਾ ਤਾਂ ਸਕਦੇ ਹਾਂ ਸਾਵਧਾਨੀ ਵਰਤ ਕੇ। ਬਿਲਕੁਲ। ਦੇਖੋ ਜੀ, ਅਸੀਂ ਐਗਜ਼ਾਮਪਲ ਆਪਣੇ, ਮੈਂ ਵੀ 34-35 ਸਾਲਾਂ ਤੋਂ ਇਸ ਬਿਜ਼ਨਸ 'ਚ ਹਾਂ। ਮੈਂ ਐਗਜ਼ਾਮਪਲ ਦਿੰਦਾ ਕਿ 2 ਕਾਰ ਖੜੀਆਂ, ਇੱਕ ਕਾਰ ਹੈਗੀ ਜਿੱਥੇ ਲਾਈਟ ਤੁਹਾਡੀਆਂ ਹੈਗੀਆਂ, ਇੱਕ ਹੈਗੀ ਡਾਰਕ ਪਾਸੇ। ਤੁਸੀਂ ਇਹ ਦੱਸੋ ਕਿ ਕਿਹੜੀ ਕਾਰ ਦੇ ਬ੍ਰੇਕ ਇਨ ਹੋਣ ਦੇ ਚਾਂਸਸ ਜ਼ਿਆਦਾ? ਰਾਈਟ। ਕੁਝ ਚੀਜ਼ਾਂ ਹੈਗੀਆਂ ਜਿਹੜੀ ਕਾਮਨ ਸੈਂਸ ਹੈਗੀ, ਜੇ ਅਸੀਂ ਉਹਨਾਂ ਚੀਜ਼ਾਂ ਨੂੰ ਯੂਟਿਲਾਈਜ਼ ਕਰੀਏ ਤੇ ਜਿਹੜੀ ਪ੍ਰੀਵੈਂਸ਼ਨਸ ਹੈਗੀ ਉਹ ਸਾਡੀ ਵੱਧ ਜਾਂਦੀ ਹੈ। ਜਿਹੜੇ ਚਾਂਸਸ ਆਫ ਗੈਟਿੰਗ ਰੌਬਡ ਉਹ ਵੀ ਹੋ ਜਾਂਦੇ। ਤੁਸੀਂ ਪਹਿਲਾ ਮੁੱਦਾ ਲੈ ਲੈਂਦੇ ਰੌਬਰੀ। ਰੌਬਰੀ ਪ੍ਰੀਵੈਂਸ਼ਨਸ ਦੇ 3-4 ਕੀ ਫੈਕਟਰਸ ਹੈਗੇ। ਰੌਬਰੀ ਜਦੋਂ ਬੰਦਾ ਕਰਨ ਆਉਂਦਾ ਜਾਂ ਕੋਈ ਵੀ ਕਰਨ ਆਉਂਦਾ, ਸਭ ਤੋਂ ਪਹਿਲੇ ਉਹ ਵੇਖਦਾ ਕਿ ਕੈਨ ਹੀ ਗੈਟ ਅਵੇ, ਮੀਨਸ ਉਹ ਆਪਣੀ ਜਿਹੜਾ ਉਹਦਾ ਮਕਸਦ ਹੈਗਾ ਰੌਬਰੀ ਕਰਕੇ ਵਾਪਸ ਭੱਜ ਸਕਦਾ ਕਿ ਨਹੀਂ, ਹਾਂਜੀ, ਟਾਈਮ ਨਾਲ ਨਿਕਲ ਸਕਦਾ ਕਿ ਨਹੀਂ। ਟਾਈਮ ਦੇ ਜੇ ਤੁਹਾਡਾ, ਕਿਉਂਕਿ ਚੋਰ ਤਾਂ ਚੋਰ ਹੈ, ਜੇ ਤੁਹਾਡੀ ਵਿੰਡੋਜ਼ ਬਿਲਕੁਲ ਜੇ ਕਵਰਡ ਹੈ ਸਾਈਨਾਂ ਦੇ ਨਾਲ, ਤੁਹਾਨੂੰ ਕੁਝ ਨਹੀਂ ਦਿਸ ਰਿਹਾ ਸਟਰੀਟ ਦੇ ਵਿੱਚੋਂ, ਤੇ ਉਹਨੂੰ ਪਤਾ ਹੈ ਕਿ ਬਾਹਰ ਜਿਹੜਾ ਵੀ ਬੰਦਾ ਮੈਂ ਰੌਬਰੀ ਵੀ ਕਰਾਂਗਾ, ਗਨ ਵੀ ਕੱਢਾਂਗਾ, ਬਾਹਰ ਕੋਈ ਸ਼ੀਸ਼ੇ ਦੇ ਵਿੱਚੋਂ ਦੇਖ ਨਹੀਂ ਸਕਦਾ ਕਿਉਂਕਿ ਪੋਸਟਰਸ ਜ਼ਿਆਦਾ, ਰਾਈਟ। ਤਾਂ ਇੱਕ ਇਹ ਕੀ ਫੈਕਟਰ ਹੈ। ਸੈਕਿੰਡ ਹੈਗਾ ਕਿ ਜਦੋਂ ਤੁਸੀਂ ਪਾਰਕਿੰਗ ਲਾਟ 'ਚ ਤੁਹਾਡੇ ਬਾਹਰ ਦੀ ਲਾਈਟਾਂ ਬੰਦ ਹੈ, ਤੁਹਾਡੇ ਸਟੋਰ ਦੇ ਵਿੱਚ ਡਾਰਕਨੈਸ ਹੈਗੀ, ਤੇ ਚੋਰ ਦਾ ਮਤਲਬ ਹੈਗਾ ਉਹ ਡਾਰਕ ਦੇ ਵਿੱਚ ਆਪਣਾ ਡਾਕਾ ਮਾਰਦਾ। ਜੇ ਤੁਸੀਂ ਆਪਣੇ ਸਟੋਰ ਨੂੰ ਲਿਟ ਕਰੋ ਤਾਂ ਤੁਹਾਡੀ ਪ੍ਰੀਵੈਂਸ਼ਨਸ ਉਤਨੀ ਬਚ ਜਾਂਦੀ ਹੈ ਰੌਬਰੀ ਹੋਣ ਦੀ। ਥਰਡ ਚੀਜ਼ ਅਸੀਂ ਕਹਿੰਦੇ ਕਿ ਜੇ ਤੁਹਾਡੇ ਸਟੋਰ ਦੇ ਵਿੱਚ ਜਿਹੜੇ EMPLOYEES ਹੈਗੇ ਉਹ $100 ਜਿਹੜੇ ਆਉਂਦੇ ਸਾਰਿਆਂ ਦੇ ਕੋਲ, ਤੁਸੀਂ ਆਪਣਾ ਸੇਫ ਟਾਈਡਲ ਸੇਫ ਵਗੈਰਾ ਇਸ ਤਰ੍ਹਾਂ ਦੇ ਹੈਗੇ, ਜਿਹੜਾ ਪੈਸਾ ਆਉਂਦਾ ਹੀ ਤੁਸੀਂ ਲਿਫਾਫੇ 'ਚ ਪਾ ਕੇ ਸੇਫ 'ਚ ਪਾ ਦਿਓ। ਮਤਲਬ ਜਿਹੜੀ ਵੱਡੀ ਕਰੰਸੀ ਹੈ, ਹਾਂਜੀ, ਜਿੰਨੀ ਵੀ ਵੱਡੀ ਕਰੰਸੀ 50 ਦੇ 100 ਦੇ। ਜਦੋਂ ਰੌਬਰੀ ਕੀ ਕਰਦਾ, ਰੌਬਰ ਦੇਖਦਾ ਕਿ 50 ਦੇ ਜਾਂ 100 ਦੇ ਹੈ ਨਾ ਨੋਟ ਰਜਿਸਟਰ 'ਚ ਰੱਖੀ ਜਾਂਦਾ। ਜੇ ਉਹਨੂੰ ਲੱਗਦਾ ਕਿ ਇਸ ਰਜਿਸਟਰ 'ਚ 250 ਮਤਲਬ 500 700 $1000 ਹੋਏਗਾ, ਤੇ ਉਹ ਕੀ ਕਰੂਗਾ, ਇਟਸ ਐਕਸਾਈਟਸ ਹਿਮ, ਉਹ ਕਹਿੰਦਾ ਕਿ ਮੈਨੂੰ ਮੌਕਾ ਮਿਲ ਗਿਆ। ਦੇਖੋ, ਰੌਬਰੀ ਦੀ ਸਜ਼ਾ ਚਾਹੇ ਉਹ ਤੁਸੀਂ ਰਜਿਸਟਰ ਚਾਹੇ ਕੈਸ਼ ਰਜਿਸਟਰ ਲਿਕਰ ਸਟੋਰ ਤੇ ਜਾਂ ਗੈਸ ਸਟੇਸ਼ਨ 'ਤੇ ਕਰੋ ਜਾਂ ਬੈਂਕ 'ਤੇ ਕਰੋ, ਰੌਬਰੀ ਦੀ ਸਜ਼ਾ ਦੋਨੋਂ ਇੱਕੋ ਹੀ ਆ। ਤੇ ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਪੈਸਾ ਘੱਟ ਤੋਂ ਘੱਟ ਆਪਣੇ EMPLOYEES ਨੂੰ ਟ੍ਰੇਨ ਕਰਦੇ ਹਾਂ ਕਿ ਬਈ ਵੱਡੀ ਕਰੰਸੀ ਤੁਸੀਂ ਸੇਫ 'ਚ ਪਾਓ। ਚੌਥੀ ਚੀਜ਼ ਜਿਹੜੀ ਹੈਗੀ ਕਿ ਕੈਮਰਾਜ਼, ਮੇਕ ਸ਼ੋਰ, ਬੜੀ ਇਹ ਚੀਜ਼ ਹੈਗੀ ਕਿ ਜਿਹੜੀ ਕੈਮਰੇਜ਼ ਹੈਗੇ, ਸਿਕਿਉਰਿਟੀ ਕੈਮਰਾ ਤੁਸੀਂ ਆਪਣੇ ਮੋਹਰੇ ਲੱਗਿਆ ਹੋਇਆ ਕਿ ਬਈ ਬਿਲਕੁਲ ਕਲਰਡ ਔਰ ਹਾਈ ਰੈਜ਼ੋਲੂਸ਼ਨਸ ਦੇ ਕੈਮਰੇ ਹੈਗੇ, ਤੇ ਲੋਕੀ ਚੋਰ ਵੀ ਦੇਖਦਾ ਕਿ ਬਈ ਇੱਥੇ ਕੈਮਰੇ ਲੱਗੇ ਹੋਏ ਹੈ, ਜੇ ਮੈਂ ਫੜਿਆ ਗਿਆ, ਜੇ ਇਹਨਾਂ ਨੇ ਮੇਰੀ ਸ਼ਕਲ ਵੇਖ ਲਈ ਜਾਂ ਪਿਕਚਰ ਔਰ ਮੇਰੀ ਵੀਡੀਓ ਆ ਗਈ, ਮੇਰੇ ਫੜੇ ਜਾਣ ਦੇ ਚਾਂਸਸ ਵੱਧ ਜਾਂਦੇ। ਤਾਂ ਇਹ ਚੀਜ਼ਾਂ ਕੀ ਨਹੀਂ, ਇੱਕ ਮੈਂ ਵੀ ਇਹ 'ਚ ਥੋੜ੍ਹਾ ਤੁਹਾਨੂੰ ਕਰ ਰਿਹਾ ਵੀ ਕਈ ਦੇਖਣ 'ਚ ਆਇਆ ਵੀ ਕਈ ਵਾਰ ਗੈਸ ਸਟੇਸ਼ਨ ਓਨਰ ਜਿਹੜੇ ਨੇ ਜਾਂ ਕਨਵੀਨੀਅੰਸ ਸਟੋਰ ਓਨਰ ਨੇ, ਉਹ ਪੈਸੇ ਨੂੰ ਬਚਾਉਣ ਦੇ ਚੱਕਰ 'ਚ ਹਲਕੀ ਕੁਆਲਿਟੀ ਦੇ ਕੈਮਰੇ ਲਗਾ ਲੈਂਦੇ ਨੇ। ਦੇਖੋ, ਫਿਰ ਹੋਰ ਸਾਰੀ ਵੱਡੀਆਂ ਗੱਲਾਂ ਆ ਜਾਂਦੇ। ਪਹਿਲੀ ਗੱਲ ਹੈ ਕਿ ਜਿਸ ਬਿਜ਼ਨਸ ਦੇ ਬੰਦਾ ਚਲਾ ਰਿਹਾ, ਜਿਹੜਾ ਵੀ ਬਿਜ਼ਨਸ ਓਨਰ, ਜੋ ਉਹਨੂੰ ਚਲਾਉਣ ਦੇ ਵਿੱਚ ਇੱਕ ਟੈਕਨੀਕ ਜਾਂ ਨੌਲੇਜ ਦੀ ਜ਼ਰੂਰਤ ਹੈ। ਉਹ ਸਾਡੇ ਆਪਕਾ ਐਸੋਸੀਏਸ਼ਨ ਦਾ ਇਹੀ ਮੁੱਦਾ ਹੈਗਾ, ਅਸੀਂ ਉਹਨਾਂ ਨੂੰ ਅਵੇਅਰ ਕਰਾਈਏ, ਉਹਨਾਂ ਨੂੰ ਐਜੂਕੇਟ ਕਰਾਈਏ ਤੁਹਾਡਾ ਮਾਰਜਨ ਕੀ ਹੋਣਾ ਚਾਹੀਦਾ ਪ੍ਰੋਡਕਟ ਦੇ ਵਿੱਚ। ਜਿਹੜੇ ਬੰਦੇ ਫ੍ਰੀ 'ਚ ਚੀਜ਼ਾਂ ਵੇਚਣਗੇ ਉਹਨਾਂ ਦਾ ਮਾਰਜਨ ਘੱਟ ਹੈਗਾ, ਉਹਨਾਂ ਨੂੰ ਪੈਸੇ ਘੱਟ ਆਉਂਦੇ, ਤੇ ਫਿਰ ਉਹ ਕੈਮਰੇ ਵੀ ਫਿਰ ਉਹ ਹੀ ਲਗਾਉਣਗੇ ਘੱਟ ਤੋਂ ਘੱਟ ਵਾਲੇ। ਹਾਂ, ਔਰ ਹੁਣ ਦੂਸਰੀ ਗੱਲ ਹੈ ਜਿੱਦਾਂ ਕਿ ਸਕੈਮ ਹੋ ਰਹੇ ਨੇ, ਜਿਹੜੀਆਂ ਕੀਪੈਡ ਦੇ ਉੱਪਰ ਜਿੱਥੇ ਆਪਾਂ ਕਾਰਡ ਨੂੰ ਪੰਚ ਕਰਦੇ ਹਾਂ, ਜਿਹੜਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਪੰਚ ਕਰਦੇ ਹਾਂ, ਉੱਥੇ ਸਕੈਮ ਦੇ ਬੜੇ ਮਾਮਲੇ ਜਿੱਦਾਂ ਤੁਸੀਂ ਪਿਛਲੀ ਸੈਗਮੈਂਟ 'ਚ ਦੱਸਿਆ ਵਾ, ਉਹਨੂੰ ਉਹ ਤੋਂ ਕਿੱਦਾਂ ਤੁਸੀਂ ਕੋਈ ਪਲਾਨ ਕੀਤਾ ਵਾ ਵੀ ਉਹ ਤੋਂ ਕਿੱਦਾਂ ਬਚਿਆ ਜਾਵੇ? ਜੀ ਐਬਸੋਲੂਟਲੀ। ਸੋ
ਤੁਹਾਡੀ ਗੈਸ ਜਿਹੜਾ ਜਾਬਰ ਹੈਗਾ ਉਹ ਵੀ ਤੁਹਾਡੇ ਜਦ ਤੁਸੀਂ ਉਹਨਾਂ ਦੇ ਪਿੱਛੇ, ਜਿਸ ਤਰ੍ਹਾਂ ਤੁਸੀਂ ਸ਼ੈਵਰਾਨ ਦੇ ਡੀਲਰ ਹੋ, ਮਤਲਬ ਤੁਸੀਂ ਵੇਚ ਰਹੇ ਹੋ ਜਾਂ ਵਲੇਰੋ ਦੇ ਵੇਚ ਰਹੇ ਹੋ, ਤੁਸੀਂ ਆਪਣੇ ਜਾਬਰ ਨੂੰ ਪੁੱਛੋ ਤਾਂ ਉਹਨਾਂ ਦੇ ਕੋਲ ਸਿਕਿਉਰਿਟੀ ਦੇ ਰੋਲ ਆਉਂਦੇ ਆ। ਉਸ ਸਿਕਿਉਰਿਟੀ ਦੇ ਜਿਸ ਤਰ੍ਹਾਂ ਟੇਪ ਹੁੰਦੀ 1 ਇੰਚ ਦੀ, ਅਤੇ ਜਦੋਂ ਤੁਸੀਂ ਉਸ ਸਿਕਿਉਰਿਟੀ ਟੇਪ ਜਿੱਦਾਂ ਦਰਵਾਜ਼ਾ ਜਦੋਂ ਖੁੱਲ੍ਹਦਾ ਹੈ ਉਹਦੇ ਵਿੱਚ ਤੁਸੀਂ ਇਹ ਕਰਦੇ ਤੇ ਜਿਹੜਾ ਵੀ ਬੰਦਾ ਸਕੈਮਰ ਪਾਏਗਾ ਉਹਨੂੰ ਦਰਵਾਜ਼ੇ ਨੂੰ ਖੋਲ੍ਹਦੇ ਹੀ ਉਹਦੀ ਸਿਕਿਉਰਿਟੀ ਪਿਨ ਟੁੱਟ ਜਾਂਦੀ ਹੈ। ਓਕੇ। ਤੇ ਜੇ ਵੀ ਆਪਣੇ ਜਿਹੜੇ EMPLOYEES ਹੈਗੇ ਉਹਨਾਂ ਨੂੰ ਟ੍ਰੇਨ ਕੀਤਾ ਹੋਇਆ, ਹਰ ਘੰਟੇ 2 ਘੰਟੇ 'ਚ ਤੁਸੀਂ ਜਾ ਕੇ ਚੱਕਰ ਮਾਰ ਕੇ ਆ ਜਾਓ ਤਾਂ ਤੁਹਾਨੂੰ ਜਦੋਂ ਸੀਲ ਟੁੱਟਦੀ ਹੈ ਉਹ ਤੁਹਾਨੂੰ ਲੱਗਦਾ। ਜਿਹੜਾ ਅਗਲਾ ਪੁਆਇੰਟ ਆਉਂਦਾ ਕੈਸ਼ ਰਜਿਸਟਰ ਤੇ, ਜਿਹੜਾ ਹਾਂ ਕੈਸ਼ ਰਜਿਸਟਰ ਤੇ ਵੀ ਲੱਗਿਆ। ਜੇ ਤੁਸੀਂ ਉਹ ਸਿਕਿਉਰਿਟੀ ਉਹ ਤਾਂ ਫਿਰ ਤੁਹਾਡੇ ਸਾਹਮਣੇ ਨਹੀਂ ਹੈ, ਹਾਂਜੀ, ਉਹ ਤਾਂ ਤੁਹਾਨੂੰ ਉੱਦਾਂ ਵੀ ਨਜ਼ਰ ਰੱਖਣੀ ਪੈਣੀ ਹੈ। ਤਾਂ ਸੰਜੇ ਜੀ ਮੰਨੋਗੇ ਨਹੀਂ ਕਿ ਇੱਦਾਂ ਦੀ ਫਿਲਮ ਵੀਡੀਓ ਸਟੋਰਾਂ ਨੇ ਭੇਜੀ ਹੋਈ ਹੈ ਓਨਰਸ ਨੇ। ਇੱਕ EMPLOYEE ਚਲਾ ਗਿਆ ਕੁਝ ਕੰਮ ਕਰਨ ਵਾਸਤੇ, ਦੂਜੇ ਕਸਟਮਰ ਨੂੰ ਹੈਲਪ ਕਰਨ ਵਾਸਤੇ, ਇੰਨੀ ਚਿਰ ਆਉਂਦਾ ਉਹ ਬੰਦਾ ਮੱਲੋ ਮੱਲੀ ਉਸ ਯੂ ਕੈਡ ਸੀ ਉਹ ਤੁਹਾਡੇ ਪੈਨ ਪੈਡ ਦੇ ਉੱਤੇ ਦੂਜਾ ਕਵਰ ਚੜਾ ਰਿਹਾ। ਤਾਂ ਉਹਨੂੰ ਪ੍ਰੀਵੈਂਟ ਕਰਨ ਦਾ ਮਤਲਬ ਇਹ ਹੈਗਾ ਕਿ ਜਿਹੜੀ ਸਿਕਿਉਰਿਟੀ ਸੀਲ ਹੈ ਜੇ ਤੁਹਾਡੀ ਆਪਣੀ ਲੱਗੀ ਹੋਈ ਹੈ ਆਲਰੇਡੀ, ਜੇ ਉਹਦੇ ਉੱਤੇ ਉਹ ਪਾਊਗਾ ਤਾਂ ਉਹ ਸਿਕਿਉਰਿਟੀ ਸੀਲ ਨਹੀਂ ਮਿਲਣੀ। ਜੇ ਤੁਹਾਡਾ ਕੋਈ ਹੋਰ ਵੀ ਕੋਈ ਸਾਈਨ ਹੈਗਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਲਿਖਿਆ ਹੋਇਆ ਹੁੰਦਾ ਉਹਦੇ ਵਿੱਚ ਪਲੀਜ਼ ਇਨਸਰਟ ਔਰ ਵਟਐਵਰ, ਤਾਂ ਉਹ ਵੀ ਤੁਹਾਡਾ ਛੁਪ ਜਾਂਦਾ। ਤੇ ਜੇ EMPLOYEE ਅਵੇਅਰ ਹੈਗਾ, ਦੇਖੋ ਆਪਣੀ ਸ਼ੁਰੂ ਤੋਂ ਹੀ ਗੱਲ ਹੈ ਕਿ ਅਵੇਅਰਨੈਸ, ਜੇ ਅਵੇਅਰ ਹੈਗੇ ਸਾਡੇ EMPLOYEE ਇੱਦਾਂ ਫਰਾਡ ਹੁੰਦੇ ਆ, ਫਿਰ ਉਹ ਉਹਨੂੰ ਪ੍ਰੀਵੈਂਸ਼ਨ 'ਚ ਬਦਲ ਸਕਦੇ ਆ। ਔਰ ਤੀਸਰੀ ਹੁਣ ਆਪਾਂ ਜਾਂਦੇ ਹਾਂ ਗੈਸ ਦੀ ਚੋਰੀ ਜਿਹੜੀ ਨਵੀਂ ਹੋ ਰਿਹਾ ਨਵਾਂ, ਇਹ ਤੋਂ ਕਿੱਦਾਂ ਬਚਿਆ ਜਾ ਸਕਦਾ? ਕਿਉਂਕਿ ਇਹ ਤਾਂ ਆਉਂਦਾ ਹੀ ਰਾਤ ਨੂੰ ਆ। ਯਾ ਦੇਖੋ ਸੰਜੀਵ ਜੀ, ਤੱਕ ਜੇ ਉਹ ਤਾਂ ਤਾਲੇ ਤੋੜ ਕੇ ਲੈ ਗਏ, ਉਹ ਕਹਿੰਦੇ ਨੇ ਜਿੱਥੇ ਜਲੇਬੀਆਂ ਹੋਣਗੇ ਉੱਥੇ ਮੱਖੀਆਂ ਵੀ ਆਉਣਗੀਆਂ। ਤੇ ਚੋਰ ਜਿੱਥੇ ਪੈਸੇ ਹੁੰਦੇ ਉੱਥੇ ਚੋਰੀ ਤੇ ਜ਼ਰੂਰ ਹੋਣਗੀਆਂ। ਅਸੀਂ ਤਾਂ ਪ੍ਰੀਵੈਂਟ ਹੀ ਕਰ ਸਕਦੇ ਹਾਂ। ਤੇ ਇੱਕ ਪਹਿਲਾ ਤਰੀਕਾ ਹੈਗਾ ਕਿ ਆਪਣੇ ਜਿੰਨੇ ਵੀ ਗੈਸ ਸਟੇਸ਼ਨਸ ਹੈਗੇ ਵੀ ਆਸਕ ਆਪਣੇ ਓਨਰਾਂ ਨੂੰ, ਰਾਤੀ ਜਿੰਨੀ ਵੀ ਤੁਹਾਡੀ ਲਾਈਟਸ ਹੈਗੀ ਬਾਹਰ, ਮੇਕ ਸ਼ੋਰ ਤੁਹਾਡਾ ਪਾਰਕਿੰਗ ਲਾਟ ਲਿਟ ਰਹੇ। ਭਾਵੇਂ ਤੁਸੀਂ ਬੰਦ ਕਰੋ ਰਾਤੀ ਸਟੋਰ ਨੂੰ, ਪਰ ਤੁਹਾਡੀ ਪਾਰਕਿੰਗ ਲਾਟ ਦੇ ਵਿੱਚ ਨਾ ਫੁੱਲ ਲਾਈਟ ਆਨ ਹੋਣੀ ਚਾਹੀਦੀ। ਸੈਕੰਡ ਪਾਰਟ ਹੈਗਾ ਜਿਹੜੇ ਗੈਸ ਟੈਂਕ ਦੇ ਵਿੱਚ ਲਿਡ ਆਉਂਦੇ ਆ। ਇੱਥੇ ਕੈਲੀਫੋਰਨੀਆ 'ਚ ਪ੍ਰੋਬਲਮ ਹੈਗੀ ਕਿ ਕਾਰਬ ਇੱਕ ਹੈਗਾ ਕੈਲੀਫੋਰਨੀਆ ਜਿਹੜੀ ਰਿਸੋਰਸਿਸ ਹੈਗੀ, ਉਹਨਾਂ ਨੇ ਰਿਸਟ੍ਰਿਕਟ ਕੀਤਾ ਕਿ ਜਿਹੜੀ ਕੰਪਨੀ ਦਾ ਤੁਹਾਡਾ ਲਿਡ ਹੈਗਾ ਉਹਨਾਂ ਤੋਂ ਅਪਰੂਵਡ ਹੀ ਲਿਡ ਤੁਸੀਂ ਲਗਾ ਸਕਦੇ ਹੋ। ਤੁਸੀਂ ਆਪਣਾ ਕੋਈ ਜੁਗਾੜ ਨਹੀਂ ਕਰ ਸਕਦੇ ਕਿ ਕਰਕੇ, ਰਾਈਟ। ਤੇ ਉਹ ਕੁਛ ਹੀ ਚੀਜ਼ ਹੁਣ ਇਹਨਾਂ ਥੈਫਟ ਨੂੰ ਵੇਖ ਕੇ ਹੀ ਇੰਡਸਟਰੀਜ਼ ਦੇ ਵਿੱਚ ਮਹਿੰਗੇ ਲਾਕ ਆਏ, $250-300 ਦਾ ਲਾਕ ਆਉਂਦਾ, ਉਹ ਲਗਾ ਕੇ ਤੁਸੀਂ ਉਸ ਚੀਜ਼ ਨੂੰ ਪ੍ਰੀਵੈਂਟ ਕਰ ਸਕਦੇ ਹੋ। ਦੇਖੋ ਪ੍ਰੀਵੈਂਸ਼ਨ ਹੈਗੀ। ਹਾਂ, $200-250 ਦਾ ਲਾਕ ਲਗਾ ਕੇ ਇੱਕ ਟੈਂਕ ਦੇ ਉੱਤੇ ਇਹ ਨਹੀਂ ਕਿ ਬਈ 100% ਬਚਾ ਕਰ ਸਕਦੇ, ਤੁਸੀਂ ਬਚ ਸਕਦੇ ਆ। ਔਰ ਦੂਸਰੀ ਗੱਲ ਹੈ ਪੁਲਿਸ ਦਾ ਕਿੱਥੇ ਤੱਕ ਸਹਿਯੋਗ ਰਹਿੰਦਾ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ? ਦੇਖੋ ਜੀ, ਪੁਲਿਸ ਤੋਂ ਪਹਿਲਾਂ ਮੈਂ ਇੱਕ ਹੋਰ ਚੀਜ਼ ਵੀ ਐਡ ਕਰਾਂ। ਕਈ ਵਾਰੀ ਚੋਰ ਚੋਰੀ ਕਰ ਲੈ ਜਾਂਦਾ ਤਾਂ ਆਪਣੇ ਬੰਦੇ ਵਿਚਾਰੇ ਹੈ ਨਾ, ਸਾਡੇ ਮੈਂਬਰਸ ਵੀ ਹੈਗੇ, ਸਾਡੇ ਭਾਈ ਵੀ ਹੈਗੇ, ਮਿਹਨਤੀ ਹੈਗੇ, 60-70 ਘੰਟੇ ਕੰਮ ਕਰਦੇ। ਤੇ ਉਹ ਜਿਹੜਾ ਪੇਪਰ ਵਰਕ ਟ੍ਰੇਲ ਹੈਗੇ ਨਾ, ਕਿਉਂਕਿ ਇੱਥੇ ਤਾਂ ਸਾਰਾ ਸਿਸਟਮ ਹੈਗਾ, ਜੇ ਤੁਸੀਂ ਹਰ ਰੋਜ਼ ਡੇਲੀ ਪੇਪਰ ਵਰਕ ਕਰਦੇ ਤੁਹਾਨੂੰ ਪਤਾ ਲੱਗਦਾ ਤੁਹਾਡੀ ਮਾਨੀਟਰਿੰਗ ਦੇ ਵਿੱਚ ਇੰਨੀ ਗੈਸ ਸੀਗੀ, ਇੰਨੇ 1000 ਗੈਲਨ ਸੀਗੀ ਸਟਾਰਟ ਕੀਤੀ, ਤੁਸੀਂ 2000 ਅੱਜ ਵੇਚੀ, ਤੁਹਾਡੇ ਕੋਲ ਬੈਲੈਂਸ ਇੰਨਾ ਹੋਣਾ ਚਾਹੀਦਾ। ਉਹ ਸਵੇਰੇ ਰਿਪੋਰਟ ਆ ਜਾਂਦੀ ਤੁਹਾਡੇ ਕੋਲ ਤਾਂ ਇੰਨੀ ਬਚੀ, ਤੁਹਾਨੂੰ ਪਹਿਲੇ ਪਤਾ ਲੱਗ ਜਾ ਤੁਹਾਡੇ 'ਚ 800 ਗੈਲਨ ਘਟ ਗਈ ਹੈਗੀ। ਇਟ ਮੀਨਸ ਤਾਂ ਕਿਸੇ ਨੇ ਚੋਰੀ ਕੀਤੀ ਆ। ਜੇ ਤੁਸੀਂ ਉਹ ਵੇਖੀ ਨਹੀਂ ਹਫ਼ਤੇ 2 ਹਫ਼ਤੇ, ਤੁਹਾਨੂੰ ਕਿੱਦਾਂ ਪਤਾ ਲੱਗਾ? ਜਿਹੜਾ ਚੋਰ ਚੋਰੀ ਕਰ ਗਿਆ ਔਰ ਕਿਸੇ ਨੇ ਉਹਨੂੰ ਫੜਿਆ ਨਹੀਂ, ਇਹਦਾ ਮਤਲਬ ਉਹ ਫਿਰ ਦੁਬਾਰਾ ਆਏਗਾ। ਮਤਲਬ ਇਨਵੈਂਟਰੀ ਹਰ ਦੂਸਰੇ ਤੀਸਰੇ ਦਿਨ ਚੈੱਕ ਕਰਨੀ ਚਾਹੀਦੀ ਹੈ ਪੇਪਰ ਵਰਕ। ਔਰ ਲਾਸਟ ਇੱਕ ਬਹੁਤ ਜਲਦੀ ਜੇ ਪੁਲਿਸ ਵਾਲਿਆਂ ਦਾ ਕਿੱਦਾਂ ਦਾ ਰਹਿੰਦਾ ਤੁਹਾਨੂੰ ਸਹਿਯੋਗ? ਦੇਖੋ ਜੀ, ਜਿਸ ਤਰ੍ਹਾਂ ਦੇ ਕ੍ਰਾਈਮ ਚੱਲੇ ਜਾ ਰਹੇ ਹਨ, ਪੁਲਿਸ ਐਂਡ ਜਿਹੜਾ ਬਜਟ ਹੈਗਾ ਉਹ ਵੀ ਬੜਾ ਟਾਈਟ ਹੈਗਾ। ਸੋ ਪੁਲਿਸ ਆਰ ਹੈਲਪਫੁਲ ਬਟ ਨਾਟ ਇਨਫ। ਉਹ ਤਾਂ ਮੁੱਦਾ ਰਹਿੰਦਾ ਹੀ ਹੈ ਕਿ ਜ਼ਿਆਦਾ ਕ੍ਰਾਈਮ ਹੁੰਦੇ ਤੇ ਇੰਨੇ ਜਿਹੜੇ ਪੁਲਿਸ ਵਾਲੇ ਛੇਤੀ ਵੀ ਨਹੀਂ ਆ ਸਕਦੇ। ਸਿਸਟਮ ਹੈਗਾ ਉਹ ਪੁਲਿਸ ਵਾਲੇ ਉਹਨਾਂ ਨੂੰ ਜਾ ਕੇ ਅਰੈਸਟ ਕਰ ਦਿੰਦੇ ਹੈ, ਉਹ ਫਿਰ ਉੱਥੋਂ ਬੇਲ ਛੱਡ ਕੇ ਬਾਹਰ ਨਿਕਲ ਜਾਂਦੇ। ਸੋ ਇਟਸ ਜਸਟ ਲਾਈਕ ਏ ਆਨਗੋਇੰਗ ਪ੍ਰੋਬਲਮ ਨਾਟ ਓਨਲੀ ਵਿਦ ਪੁਲਿਸ
but the rules and regulations is ਮਤਲਬ ਕੁੱਲ ਮਿਲਾ ਕੇ ਕਿਹਾ ਜਾਵੇ ਕਿ ਆਪਾਂ ਨੂੰ ਆਪਣੇ ਘਰ ਨੂੰ ਬਚਾਉਣ ਲਈ ਸਾਵਧਾਨੀ ਖੁਦ ਵਰਤਣੀ ਪੈਣੀ। ਬਿਲਕੁਲ ਜੀ, ਇਸੇ ਕਰਕੇ ਪ੍ਰੀਵੈਂਸ਼ਨ। ਪਰ ਮੈਂ ਆਪਣੇ ਸਰੋਤਾਂ ਨੂੰ, ਤੁਹਾਡੇ ਸਾਰੇ ਸਰੋਤਾਂ ਨੂੰ ਇੱਕ ਉਹ ਦੇਣਾ ਚਾਹਾਂਗਾ, ਜਿਹੜੀ ਹਿਊਮਨ ਲਾਈਫ ਹੈਗਾ, ਜਿਹੜਾ ਸਾਡਾ EMPLOYEE ਹੈਗਾ, ਉਹ ਤੋਂ ਇੰਪੋਰਟੈਂਟ ਉਸ ਸਟੋਰ ਦੇ ਵਿੱਚ ਕੋਈ ਚੀਜ਼ ਨਹੀਂ ਹੈ। ਮੈਂ ਸਾਰਿਆਂ ਨੂੰ ਹਮੇਸ਼ਾ ਇਹ ਹਦਾਇਤ ਦਿੰਦਾ, ਪ੍ਰੀਵੈਂਸ਼ਨ ਕਰੋ, ਅਵੇਅਰਨੈਸ बढ़ाओ ਕਿ ਉਹ ਜਿਹੜਾ ਆਪਣਾ EMPLOYEE ਹੈ ਉਹਨੂੰ ਕੋਈ ਸੱਟ ਨਾ ਵੱਜੇ, ਭਾਵੇਂ ਉਹ ਸਾਰਾ ਸਟੋਰ ਸਾਰਾ ਖਾਲੀ ਕਰ ਦੇਣ, ਇੰਸ਼ੋਰੈਂਸ ਸਾਡੀ ਪੇ ਕਰ ਦੇਊਗੀ, ਬਟ ਘੱਟੋ ਘੱਟ ਉਹ ਲਾਈਫ ਤੇ ਬਚ ਜਾਊਗੀ। ਕਿਸੇ ਦਾ ਬੇਟਾ, ਕਿਸੇ ਦਾ ਭਰਾ, ਕਿਸੇ ਦਾ ਹਸਬੈਂਡ, ਉਹਦੀ ਲਾਈਫ ਬਹੁਤ ਇੰਪੋਰਟੈਂਟ। ਬਿਲਕੁਲ ਜੀ, ਬਿਲਕੁਲ। ਸੋ ਇਹਦਾ ਜਿਹੜੀ ਅੱਜ ਦੀ ਚਰਚਾ ਦਾ ਇੱਕ ਜਿਹੜਾ ਨਤੀਜਾ ਜਾਂ ਨਿਚੋੜ ਇੱਕ ਇਹ ਨਿਕਲਦਾ ਵਾ ਕਿ ਜੇ ਤੁਸੀਂ ਕਿਸੇ ਨੂੰ ਦੋਸ਼ ਦੇਣ ਦੀ ਜਗ੍ਹਾ ਜੇ ਤੁਸੀਂ ਆਪ ਸਾਵਧਾਨੀ ਵਰਤਦੇ ਹੋ, ਆਪ ਸਤਰਕ ਰਹਿੰਦੇ ਹੋ, ਤੇ ਤੁਸੀਂ ਬਹੁਤ ਹੱਦ ਤੱਕ ਇਹੋ ਜਿਹੀਆਂ ਵਾਰਦਾਤਾਂ ਤੋਂ ਬਚ ਸਕਦੇ ਹੋ, ਆਪਣੇ ਗੈਸ ਸਟੇਸ਼ਨ ਨੂੰ ਬਚਾ ਸਕਦੇ ਹੋ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ? ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਿਆ ਕਰੋ। ਸਾਡਾ ਪਤਾ ਹੈ feedback@ptcnetwork.com। ਅਗਲੇ ਹਫਤੇ ਨਵੀਂ ਚਰਚਾ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਐਂਡੀ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਪ੍ਰੋਗਰਾਮ ਤੇ ਆਏ ਔਰ ਕਾਫੀ ਅੱਛੀ ਅਵੇਅਰਨੈਸ ਵਾਸਤੇ ਇਹ ਲੋਕਾਂ ਲਈ ਜਿਹੜੇ ਗੈਸ ਸਟੇਸ਼ਨ ਓਨਰ ਉਹਨਾਂ ਦੀ ਬਹੁਤ ਹੀ ਲਾਹੇਵੰਦ ਸਾਬਿਤ ਹੋਏਗਾ। ਥੈਂਕ ਯੂ ਜੀ। ਧੰਨਵਾਦ ਜੀ। ਥੈਂਕ ਯੂ। ਸਾਡੇ ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅਕਸਰ ਚਰਚਾ ਹੁੰਦੀ ਹੈ ਗੈਸ ਸਟੇਸ਼ਨਸ ਤੇ ਕਨਵੀਨੀਅੰਸ ਸਟੋਰ ਬਾਰੇ। ਕਈ ਜਗ੍ਹਾ ਦੇਖਣ 'ਚ ਆਇਆ ਰੋਬਰੀਜ਼ ਹੁੰਦੀਆਂ ਨੇ, ਕਈ ਜਗ੍ਹਾ ਆਇਆ ਵੀ ਚੋਰੀ ਹੁੰਦੀ ਹੈ ਔਰ ਕਈ ਜਗ੍ਹਾ ਸਕੈਮ ਵੀ ਨਜ਼ਰ ਆਉਂਦੇ ਨੇ। ਹੁਣ ਤਾਂ ਗੈਸੋਲੀਨ ਅਤੇ ਡੀਜ਼ਲ ਦੀ ਚੋਰੀ ਵੀ ਹੋਣੀ ਸ਼ੁਰੂ ਹੋ ਗਈ ਹੈ। ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਔਰ ਇਸ ਵੇਲੇ ਕੀ ਹਾਲਾਤ ਨੇ ਜਿਹੜੇ ਉਹਦੇ ਬਾਰੇ ਗੱਲਬਾਤ ਕਰਨ ਲਈ ਐਪਕਾ ਜਿਹੜੀ ਅਮਰੀਕਨ ਪੈਟਰੋਲੀਅਮ ਕੰਜ਼ਿਊਮਰ ਕਨਵੀਨੀਅੰਸ ਸਟੋਰ ਐਸੋਸੀਏਸ਼ਨ ਹੈ ਉਹਦੇ ਫ੍ਰੈਸਨੋ ਚੈਪਟਰ ਦੇ ਜਿਹੜੇ ਚੇਅਰਮੈਨ ਨੇ ਐਂਡੀ ਚਿਕਾਰਾ ਜੀ ਸਾਡੇ ਨਾਲ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ। ਐਂਡੀ ਜੀ, ਜਿਹੜਾ ਇਹ ਡਾਟਾ ਲੱਗਦਾ ਲਗਾਤਾਰ ਵੱਧ ਰਿਹਾ, ਜੀ ਜੀ, ਚਾਹੇ ਆਪਾਂ ਥੈਫਟ ਦੀ ਗੱਲ ਕਰ ਲਈਏ ਗੈਸ ਸਟੇਸ਼ਨ ਕਨਵੀਨੀਅੰਸ ਸਟੋਰ ਤੇ, ਚਾਹੇ ਆਪਾਂ ਰੋਬਰੀ ਆਰਮਡ ਰੋਬਰੀ ਦੀ ਗੱਲ ਕਰ ਲਈਏ, ਹੁਣ ਇੱਕ ਜਿਹੜਾ ਨਵਾਂ ਟ੍ਰੈਂਡ ਨਜ਼ਰ ਆ ਰਿਹਾ ਗੈਸੋਲੀਨ ਅਤੇ ਡੀਜ਼ਲ ਦੀ ਚੋਰੀ, ਇਹ ਕਿੱਥੇ ਤੱਕ ਤੁਹਾਨੂੰ ਨਜ਼ਰ ਆ ਰਿਹਾ ਵਾ? ਤੁਸੀਂ ਤਾਂ ਬਹੁਤ ਲੰਮੇ ਅਰਸੇ ਤੋਂ ਇਸ ਫੀਲਡ 'ਚ ਜੁੜੇ ਹੋਏ ਹੋ। ਜੀ ਜੀ, ਜਿਹੜਾ 2020 ਦਾ ਟਾਈਮ ਸੀਗਾ ਪੈਂਡੈਮਿਕ ਦੌਰਾਨ, ਮੋਸਟ ਆਫ ਥੀਸ ਰਾਬਰੀਜ਼ ਐਂਡ ਸਟਫ ਉਹ ਥੋੜੀ ਜਿਹੀ ਥੱਲੇ ਗਈ ਸੀ, ਥੋੜੀ ਨਹੀਂ ਕਾਫੀ ਹੱਦ ਤੱਕ। ਔਰ ਜੈਸੇ ਹੀ ਪੈਂਡੈਮਿਕ ਦਾ ਜਿਹੜਾ ਟਾਈਮ ਚਲਾ ਗਿਆ ਸੀਗਾ, ਉਹਦੇ ਬਾਅਦ ਜਿਹੜੀ ਬ੍ਰੇਕ ਇਨ ਸੀਗੀ, ਜਿਹੜੀ ਗੈਸੋਲੀਨ ਥੈਫਟ ਸੀਗੀ, ਦੇ ਆਰ ਕੀਪ ਔਨ ਇਨਕਰੀਜ਼ਿੰਗ ਜ਼ਿਆਦਾ ਤੋਂ ਜ਼ਿਆਦਾ। ਜਿਹੜੇ ਸਾਡੇ ਜਿਹੜੇ ਐਸੋਸੀਏਸ਼ਨ ਮੈਂਬਰਸ ਹੈਗੇ, ਇਹਨਾਂ ਦੇ ਪ੍ਰੋਬਲਮ ਸੀਗੀ ਸਭ ਤੋਂ ਪਹਿਲਾਂ ਜ਼ਿਆਦਾ ਸੀਗੀ ਕਿ ਰਾਤੀ ਜਦੋਂ ਸਟੋਰ ਬੰਦ ਹੋ ਜਾਂਦਾ ਸੀਗਾ, ਲੋਕੀ ਸਟੋਰ ਦੇ ਦਰਵਾਜ਼ੇ ਜਾਂ ਉਹਨਾਂ ਦੀ ਜਿਹੜੀ ਬਾਹਰ ਕੇਜ ਹੁੰਦੀ ਉਹਨਾਂ ਨੂੰ ਕੱਟ ਕੇ ਜਾ ਕੇ ਸਿਰਫ ਲੋਟਰੀ ਟਿਕਟ ਲੈ ਕੇ ਔਰ ਨੱਠ ਜਾਂਦੇ ਸੀਗੇ। ਜਿਹੜਾ ਲਾਟਰੀ ਟਿਕਟ ਲੈ ਜਾਂਦੇ ਸੀਗੇ ਉਹ ਤਾਂ ਸੀਗੇ ਚਲੋ 3 ਤੋਂ 5-7 ਹਜ਼ਾਰ, ਪਰ ਜਿਹੜਾ ਬਾਕੀ ਨੁਕਸਾਨ ਸੀਗਾ, ਤੁਹਾਡੇ ਸ਼ੀਸ਼ੇ ਟੁੱਟੇ ਹੋਏ ਆ, ਤੁਹਾਡੇ ਕੇਜ ਰਿਪਲੇਸਮੈਂਟ ਹੈ, ਉਹ ਤੁਹਾਡਾ 15-20 ਹਜ਼ਾਰ ਦਾ ਕਈ ਵਾਰ ਰਜਿਸਟਰ ਲੈ ਕੇ ਨੱਠ ਜਾਂਦੇ ਸੀਗੇ। ਉਹ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਸੀਗਾ ਸਾਡੇ ਉਸ 'ਤੇ। ਫਿਰ ਸਾਡੀ ਜਿਹੜੀ ਇੰਡਸਟਰੀ ਹੈਗੀ ਉਹ ਫੇਸ ਕਰਨ ਲੱਗੀ। ਅਸੀਂ ਆਪਣੇ ਮੈਂਬਰਸ ਨੂੰ ਅਵੇਅਰ ਕੀਤਾ ਕਿਸ ਤਰ੍ਹਾਂ ਉਹਨਾਂ ਰੋਬਰੀਆਸ ਨੂੰ, ਉਹਨਾਂ ਨੇ ਉਹ ਜਿਹੜੀ ਥੈਫਟਿੰਗ ਉਹਨਾਂ ਨੂੰ ਕਿਸ ਤਰ੍ਹਾਂ ਘੱਟ ਕਰਨਾ। ਫਿਰ ਹੁਣ ਸਾਡੇ ਕੋਲ ਮੁੱਦਾ ਆ ਗਿਆ ਕਿ ਇਹ ਲੋਕੀ ਗੈਸ ਸਟੇਸ਼ਨਾਂ ਦੇ ਵਿੱਚ ਜਾ ਕੇ ਗੈਸ ਪ੍ਰਾਈਸਿਸ ਜ਼ਿਆਦਾ ਵੱਧ ਗਏ ਆ। ਅੱਗੇ ਸਾਡੇ $3-4 ਦੀ ਗੈਲਨ ਹੁੰਦੀ ਸੀਗੀ, ਹੁਣ ਸਾਡੇ $5-6 ਦੀ ਗੈਲਨ ਹੋ ਗਈ। ਹੁਣ ਲੋਕੀ ਰਾਤੀ ਜਦੋਂ ਸਟੇਸ਼ਨਸ ਬੰਦ ਹੋ ਜਾਂਦੇ ਆ, ਉਹ ਪਾਈਪ ਪਾ ਕੇ, ਜਿੱਦਾਂ ਆਪਣੇ ਇੰਡੀਆ 'ਚ ਨਹੀਂ ਪਾਈਪ ਪਾਉਂਦੇ ਹੁੰਦੇ ਸੀਗੇ ਪਹਿਲੇ, ਟੋਏ ਦੇ ਵਿੱਚ ਪਾਣੀ ਕੱਢ ਦਿੰਦੇ ਹੁੰਦੇ, ਦੇ ਬ੍ਰੇਕ ਇਨ ਟੈਂਕਾਂ ਦੇ ਵਿੱਚ, ਔਰ ਉਹਦੇ ਵਿੱਚ ਹੋਜ਼ ਪਾਈਪ ਪਾ ਕੇ ਪੰਪ ਦੇ ਨਾਲ, ਹਾਂ ਪੰਪ ਦੇ ਨਾਲ। ਪ੍ਰੋਬਲਮ ਹੈ ਕਿ ਇਟਸ ਵੈਰੀ ਡੇਂਜਰਸ। ਕਈ ਇਨਸੀਡੈਂਟ ਇਸ ਤਰ੍ਹਾਂ ਦੇ ਹੋਏਗੇ ਜਿਹਦੇ ਵਿੱਚ ਜਿਹੜਾ ਬੰਦਾ ਕੱਢ ਰਿਹਾ ਸੀਗਾ ਉਹ ਪਾਈਪ ਉਹ ਦੂਜੇ ਯੂਜ਼ ਕਰ ਰਿਹਾ, ਪੰਪ ਦੂਜੇ ਯੂਜ਼ ਕਰ ਰਿਹਾ। ਡੈਫੀਨਿਟਲੀ, ਕਿਉਂਕਿ ਫਲੇਮੇਬਲ ਹੈ, ਹਾਈਲੀ ਫਲੇਮੇਬਲ ਹੈ। ਅੱਗ ਲੱਗ ਗਈ, ਸਟੇਸ਼ਨ ਨੂੰ ਵੀ ਅੱਗ ਲੱਗ ਸਕਦੀ, ਤੁਹਾਡੇ ਬੰਦੇ ਵੀ ਆਲਮੋਸਟ ਲੂ ਹੋ ਗਏ ਸੀਗੇ। ਜਿਹੜਾ ਟਰੱਕ ਦੇ ਵਿੱਚ ਉਹ ਪਾਇਆ ਹੋਇਆ ਸੀਗਾ ਉਹ ਟਰੱਕ ਵੀ ਜਲ ਗਏ ਸੀਗੇ। ਸੋ ਇਹ ਇਸ ਤਰ੍ਹਾਂ ਦੀ ਚੋਰੀਆਂ ਹੋਰ ਵੀ ਜ਼ਿਆਦਾ बढ़ती ਜਾ ਰਹੀਆਂ ਔਰ ਸਕੋਪ ਹੈਗੇ ਹੋਰ ਵੀ ਵਧਣਗੇ। ਔਰ ਜਿੱਦਾਂ ਕਿ ਦੇਖਣ ਜਾਇਆ ਸੀ ਆਰਮਡ ਰੋਬਰੀਜ਼ ਦਾ ਬਹੁਤ ਹੋ ਗਿਆ, ਕਿਉਂਕਿ ਗਨ ਵਾਇਲੈਂਸ ਦੇ ਆਪਾਂ ਗਨ ਲਾਜ਼ ਨੂੰ ਆਪਾਂ ਦੇਖੀਏ ਤੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਸਟ੍ਰਿਕਟ ਗਨ ਲਾਜ਼ ਨੇ ਔਰ ਹਾਲੇ ਵੀ ਕੋਸ਼ਿਸ਼ ਹੋ ਰਹੀ ਹੈ ਕਿ ਇਹਨੂੰ ਹੋਰ ਜ਼ਿਆਦਾ ਸਖਤ ਕੀਤੇ ਜਾਣ। ਲੇਕਿਨ ਉਹਦੇ ਬਾਵਜੂਦ ਵੀ ਗਨਸ ਦੀ ਤਾਂ ਜਿਹੜਾ ਮਰਜ਼ੀ ਅਪਰੋਚ ਦੇ ਵਿੱਚ ਆ ਗਨ ਲੈ ਲੈਂਦਾ। ਔਰ ਦੇਖਣ 'ਚ ਇਹ ਵੀ ਆਇਆ ਵੀ ਗੈਸ ਸਟੇਸ਼ਨ ਤੇ ਬੰਦਾ ਵੜਿਆ, ਗਨ ਦਿਖਾਈ, ਕੈਸ਼ ਲੁੱਟਿਆ, ਚਲੇ ਗਿਆ। ਜੇ ਸਾਹਮਣੇ ਕਿਸੇ ਨੇ ਬਹਿਸ ਕੀਤੀ ਤੇ ਫਾਇਰ ਹੋਇਆ,
ਇਦਾਂ ਕਈ ਆਪਣੇ ਭਾਈਚਾਰੇ ਦੇ ਲੋਕ ਮਰੇ ਵੀ ਨੇ ਇਹੋ ਜਿਹੀ ਰੋਬਰੀਜ਼ ਦੇ ਵਿੱਚ। ਜੀ ਜੀ। ਤੇ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਸੋ ਸ਼ੁਕਰ ਹੈ ਕਿ ਜਿਹੜੀ ਗਨ ਵਾਇਲੈਂਸ ਜਿਹੜੀ ਸਟੋਰਾਂ ਦੀ ਹੈਗੀ ਉਹ ਪਿਛਲੇ 2-3 ਸਾਲਾਂ ਤੋਂ ਘੱਟ ਹੋਈ ਆ। ਐਸ ਜਿਹੜੀ ਦੂਸਰੇ ਟਾਈਪ ਦੀ ਰਾਬਰੀਜ਼ ਹੈਗੀਆਂ ਜਾਂ ਦੂਸਰੇ ਟਾਈਪ ਦੀ ਜਿਹੜਾ ਥੈਫਟਸ ਪ੍ਰੋਸੈਸ ਹੈਗੀ ਉਹ ਜ਼ਿਆਦਾ ਵੱਧ ਗਿਆ ਹੈਗਾ। ਸੋ ਸਾਡੀ ਜਿਹੜੀ ਅਵੇਅਰਨੈਸ ਹੈਗੀ ਵੀ ਮੇਕ ਆਪਣੇ ਮੈਂਬਰਸ ਨੂੰ ਅਵੇਅਰ ਕਰਦੇ ਹਾਂ ਕਿ ਇਹਨਾਂ ਤੋਂ ਕਿੱਦਾਂ ਪ੍ਰੀਵੈਂਸ਼ਨ ਹੋ ਸਕਦੀ ਹੈ। ਦੈਟ ਵੀ ਵਿਲ ਗੋ ਇਨ ਡੀਟੇਲ ਲੇਟਰ ਔਨ। ਬਟ ਕੰਟੀਨਿਊਸਲੀ ਸਾਡੀ ਇੰਡਸਟਰੀ ਦੇ ਵਿੱਚ ਕ੍ਰੈਡਿਟ ਕਾਰਡ ਫਰਾਡਸ ਹੁਣ ਇਹ ਵੀ ਪਿੱਛੇ ਜੇ ਬੜਾ ਆਇਆ ਸੀ। ਯਾ ਤੇ ਉਹ ਕੀ ਕਰਦੇ ਕਿ ਹੁਣ PCI ਕੰਪਲਾਈਂਸ ਹੁੰਦਾ ਜਿਹੜਾ ਹਰੇਕ ਕਾਰਡ ਦੇ ਵਿੱਚ ਕ੍ਰੈਡਿਟ ਕਾਰਡ ਦੇ ਵਿੱਚ ਚਿਪ ਲੱਗਿਆ ਹੁੰਦਾ। ਤੇ ਜਦੋਂ ਤੁਸੀਂ ਗੈਸ ਦੇ ਵਿੱਚ ਜਾਂਦੇ ਪਹਿਲੇ ਲੋਕੀ ਕੀ ਕਰਦੇ ਤਾਂ ਕਿਸੇ ਦੀ ਕਾਰ ਤੋੜ ਕੇ ਸ਼ੀਸ਼ਾ ਤੋੜ ਕੇ ਉਹਦਾ ਪਰਸ ਵਗੈਰਾ ਨਿਕਾਲ ਕੇ ਆਪਣੀ ਕਾਰ ਭਰ ਲਈ 2-4 ਹੋਰ ਬੰਦਿਆਂ ਨੂੰ ਤੇਲ ਵੇਚਦਾ। ਤੇ ਉਹਦੇ ਵਿੱਚ ਕੀ ਹੈਗਾ ਕਿ ਉਹ ਜਿਹੜਾ ਕਾਰਡ ਦੇ ਵਿੱਚ ਚਿਪ ਹੈਗੀ ਉਹ ਰੀਡਰ ਦੀ ਲੋਡ ਹੈਗੀ। ਉਹ ਇਟ ਰੈਕਗਨਾਈਜ਼ ਉਹ ਕਾਰਡ ਦਾ ਰੀਡਰ ਠੀਕ ਨਹੀਂ, ਉਹ ਚਿਪ ਨਹੀਂ ਹੈਗੀ, ਤਾਂ ਉਹ ਜਿਹੜੇ ਗੈਸ ਪੰਪਸ ਹੈਗੇ ਆ ਉਹ ਉਸ ਕਾਰਡ ਨੂੰ ਅਸੈਪਟ ਨਹੀਂ ਕਰਨਗੇ। ਸੋ ਬਹੁਤ ਥੋੜੀ ਜਿਹੀ ਪ੍ਰੀਵੈਂਸ਼ਨਸ ਹੁੰਦੀਆਂ। ਬਟ ਪ੍ਰੋਬਲਮ ਆ ਹੁਣ ਹੋਰ ਵੱਧ ਗਈਆਂ ਹੈਗੇ ਕਿ ਲੋਕੀ ਇਹ ਜਿਹੜੇ ਸਕੈਮਰਸ ਹੈਗੇ ਉਹ ਡਿਵਾਈਸ ਜਿੱਥੇ ਬਾਹਰ ਗੈਸ ਪੰਪ ਦੇ ਵਿੱਚ ਤੁਸੀਂ ਕ੍ਰੈਡਿਟ ਕਾਰਡ ਪਾਉਂਦੇ ਉਹਦੇ ਮੋਰੇ ਇੱਕ ਇਦਾਂ ਦਾ ਕੈਪਚਾ ਲਗਾ ਦਿੰਦੇ ਆ ਕੀਪੈਡ ਦੇ ਉੱਪਰ। ਹਾਂਜੀ, ਮਤਲਬ ਗੈਸ ਸਟੇਸ਼ਨ ਤੇ ਜਿੱਥੇ ਤੁਸੀਂ ਕਾਰਡ ਪਾਉਣਾ ਹੁੰਦਾ ਉਹਦੇ ਉੱਤੇ ਕਿਸ ਤਰ੍ਹਾਂ ਦਾ ਡਿਵਾਈਸ ਲਗਾ ਦੇ ਤੁਹਾਨੂੰ ਆਮ ਬੰਦਾ ਨਹੀਂ ਦੇਖ ਸਕਦਾ। ਤੁਸੀਂ ਉਹਦੇ ਵਿੱਚ ਕ੍ਰੈਡਿਟ ਕਾਰਡ ਪਾ ਦਿੱਤਾ, ਜਿਹੜੀ ਵੀ ਤੁਸੀਂ ਕੀ ਪੈਡ ਦੇ ਵਿੱਚ ਆਪਣਾ ਪਿਨ ਕੋਡ ਪਾਇਆ ਜਿਸ ਤਰ੍ਹਾਂ ਤੁਹਾਡਾ ਡੈਬਿਟ ਕਾਰਡ ਉਹ ਸਾਰੀ ਚੀਜ਼ ਰਿਕਾਰਡ ਕਰੀ ਜਾ ਰਿਹਾ। ਤਾਂ 1-2 ਦਿਨ ਦੇ ਵਿੱਚ ਜਦੋਂ ਤੁਸੀਂ ਗੈਸ ਸਟੇਸ਼ਨ ਦੇ ਵਿੱਚ ਤੁਹਾਡੇ ਕੋਲ 60-70 ਬੰਦੇ ਆ ਗਏ ਹੈਗੇ ਤਾਂ ਉਹਨਾਂ ਦੀ ਸਾਰੀ ਉਹ ਕਰਨ ਤਾਂ ਹਫਤੇ ਦੇ ਵਿੱਚ ਉਹ ਬੰਦੇ ਜਿਹੜੇ ਚੋਰ ਹੈਗੇ ਇੰਨੇ ਸ਼ਾਤਰ ਨੇ ਉਹਦੇ ਵਿੱਚ ਬਲੂਟੂਥ ਦੇ ਰਾਹੀਂ ਆ ਕੇ ਅਗਲੇ ਦਿਨ ਜਾਂ ਰਾਤੀ ਜਾਂ ਹਫਤੇ ਦੇ ਵਿੱਚ ਬਲੂਟੂਥ ਦੇ ਰਾਹੀਂ ਉਹ ਸਾਰਾ ਡਾਟਾ ਉਹ ਤੋਂ ਰਿਟਰੀਵ ਕਰ ਲੈਂਦੇ ਆ। ਫਿਰ ਉਹੀ ਜਾ ਕੇ ਉਹ ਫੇਕ ਕ੍ਰੈਡਿਟ ਕਾਰਡ ਬਣਾ ਲੈਂਦੇ ਸੀਗੇ। ਤੇ ਇਹ ਬਹੁਤ ਚਿਰ ਦਾ ਕੰਮ ਚੱਲਿਆ ਹੋਇਆ ਸੀ। ਇਹ ਪਿੱਛੇ ਜੇ ਕਾਫੀ ਆਇਆ, ਪਿੱਛੇ ਜੇ ਤਾਂ ਇਹਦਾ ਲਗਾਤਾਰ ਹੀ ਆਉਣਾ ਸ਼ੁਰੂ ਹੋ ਗਿਆ ਸੀ 2-3 ਮਹੀਨੇ ਪਹਿਲਾਂ ਜੇ ਆਪਾਂ ਗੱਲ ਕਰੀਏ ਤੇ ਗੈਸ ਸਟੇਸ਼ਨਾਂ ਤੇ ਇਦਾਂ ਦੇ ਸਕਿਮਰ ਜਿਹਨੂੰ ਕਹਿ ਸਕਦੇ ਆਪਾਂ ਉਹ ਲਗਾਏ ਗਏ ਜਿਹੜੇ ਇੰਸਟਾਲ ਕੀਤੇ ਗਏ ਡਿਵਾਈਸ ਤੇ ਕਈ 1-2 ਬੰਦੇ ਫੜੇ ਵੀ ਗਏ ਸੀ ਇਸ ਮਾਮਲੇ 'ਚ। ਸੋ ਸੰਜੀਵ ਜੀ ਜਿਹੜੀ ਅਪਡੇਟਡ ਇਨਫੋਰਮੇਸ਼ਨ ਹੈ ਕਿ ਪਹਿਲੇ ਜ਼ਿਆਦਾ ਸੀਗੇ ਇਹਨਾਂ ਚੀਜ਼ਾਂ ਦੇ ਕਿਉਂਕਿ ਉਹਨਾਂ ਦੇ ਵਿੱਚ ਹੈ ਨਾ ਜਿਹੜੀ ਚਿਪਸ ਮਿਸਿੰਗ ਸੀਗੀ ਤਾਂ ਲੋਕੀ ਕੀ ਕਰਦੇ ਸੀਗੇ ਜਿਹੜੇ ਸਕੈਮਰ ਹੈਗੇ ਉਹ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਲੈ ਕੇ ਨਵਾਂ ਕ੍ਰੈਡਿਟ ਕਾਰਡ ਬਣਾ ਕੇ ਉਹਨਾਂ ਦੇ ਕੋਲ ਪਿਨ ਕੋਡ ਵੀ ਹੈਗੇ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਕੋਈ ਸ਼ਾਪਿੰਗ ਕਰ ਲੈਂਦੇ ਸੀ। ਤੇ ਜਦੋਂ ਤੋਂ ਇਹ ਚਿਪ ਬਣੀ ਹੈਗੀ ਸੋ ਦੈਟ ਪਾਰਟ ਇਜ਼ ਗੋਇੰਗ ਲੈਸ ਐਂਡ ਲੈਸ। ਹੁਣ ਲੋਕੀ ਕੀ ਕਰਦੇ ਕਿ ਅੰਦਰ ਵੀ ਸਟੋਰ ਦੇ ਆ ਕੇ ਜਿਹੜਾ ਤੁਹਾਡਾ ਰੈਗੂਲਰ ਪਿਨ ਪੈਡ ਹੈਗਾ ਗੈਸ ਸਟੇਸ਼ਨ ਤੇ ਚਲੋ ਵੱਖਰੀ ਗੱਲ ਕਰਦੇ ਉਹਦੇ ਵਿੱਚ ਵੀ ਅੰਦਰ ਆ ਕੇ ਤੁਹਾਡੇ ਪਿਨ ਪੈਡ ਦੇ ਉੱਤੇ ਰੂਬਹੂ ਬਿਲਕੁਲ ਇਸੇ ਤਰ੍ਹਾਂ ਦਾ ਪਲੇਟਫਾਰਮ ਉਹ ਪਾ ਦਿੰਦੇ ਆ। ਉਹਦੇ ਵਿੱਚ ਤੁਸੀਂ ਪਾਈ ਜਾਂਦੇ ਹੋ, ਤੁਹਾਡੇ ਕ੍ਰੈਡਿਟ ਕਾਰਡ ਵੀ ਜਾਈ ਜਾਂਦੇ ਨਾਲ ਰਿਕਾਰਡ ਵੀ ਹੋਈ ਜਾਂਦੇ ਔਰ ਤੁਸੀਂ ਕਿਹੜੀ ਚੀਜ਼ ਕਿਹੜਾ ਤੁਹਾਡਾ ਪਿਨ ਪੈਡ ਹੈਗਾ। ਔਰ ਜਿੱਦਾਂ ਕਿ ਆਪਾਂ ਇਹ ਤਾਂ ਗੱਲ ਚਲੋ ਹੋ ਗਈ, ਇਹ ਤਾਂ ਫਰਾਡ ਦੀ ਹੋ ਗਈ ਗੱਲ ਜੀ। ਉਸ ਤੋਂ ਬਾਅਦ ਜਿੱਦਾਂ ਆਮ ਦੇ ਜਦੋਂ ਕੋਈ ਹਥਿਆਰ ਲੈ ਕੇ ਗੈਸ ਸਟੇਸ਼ਨ ਦੇ ਅੰਦਰ ਆਉਂਦਾ ਜੀ ਤੇ ਉਦੋਂ ਕੀ ਤੁਸੀਂ ਨਸੀਹਤ ਦਿੰਦੇ ਆ ਜਿਹੜਾ ਅੰਦਰ ਟੈਲਰ ਤੁਹਾਡਾ ਖੜਾ ਹੁੰਦਾ ਜਾਂ ਜਿਹੜਾ ਤੁਹਾਡਾ ਕਾਊਂਟਰ ਤੇ ਕਲਰਕ ਖੜਾ ਹੁੰਦਾ? ਕਿਉਂਕਿ ਦੇਖੋ ਸਾਰਾ ਡਿਪੈਂਡ ਉਹਦੇ ਤੇ ਆ। ਜੇ ਮੌਤ ਹੋਣੀ ਹੈ ਤੇ ਉਹਦੀ ਹੋਣੀ ਆ, ਜੇ ਬਚਾਅ ਕਰਨਾ ਤੇ ਉਹਨੇ ਕਰਨਾ। ਤੇ ਉਹਦੇ ਵਾਸਤੇ ਕਿੱਦਾਂ ਦੇ ਤੁਸੀਂ ਉਹਦੇ ਮੈਯਰ ਲੈਂਦੇ ਹੋ ਉਸ ਵੇਲੇ? ਸੋ ਸੰਜੀਵ ਜੀ ਜਿਹੜੀ ਸਾਡੀ ਆਪਕਾ ਐਸੋਸੀਏਸ਼ਨ ਹੈਗੀ ਪਿਛਲੇ ਕਾਫੀ ਸਾਲਾਂ ਤੋਂ ਬੜੀ ਪਪੂਲਰ ਹੈਗੀ। ਤਾਂ ਸਾਡਾ ਕੰਮ ਹੁੰਦਾ ਹਰ 3 ਮਹੀਨੇ 'ਚ ਅਸੀਂ ਆਪਣੇ ਮੈਂਬਰਾਂ ਨੂੰ ਬੁਲਾ ਕੇ ਔਰ ਉਹਨਾਂ ਨੂੰ ਕੋਈ ਅਵੇਅਰਨੈਸ ਦੀ ਔਰ ਪ੍ਰੀਵੈਂਸ਼ਨਸ ਦੀ ਇਨਫੋਰਮੇਸ਼ਨ ਦਿੰਦੇ ਹਾਂ। ਤਾਂ ਕਈ ਵਾਰੀ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਬੁਲਾ ਲੈਂਦੇ ਹਾਂ, ਉਹਨਾਂ ਤੋਂ ਸਵਾਲ ਜਵਾਬ ਕਰਦੇ ਹਾਂ ਕਿ ਭਾਈ ਇਹਨਾਂ ਚੀਜ਼ਾਂ ਤੋਂ ਅਸੀਂ ਕਿੱਦਾਂ ਪ੍ਰੀਵੈਂਟ ਕੀਤਾ ਜਾਏ। 100% ਪ੍ਰੀਵੈਂਸ਼ਨਸ ਕਿਤੇ ਵੀ ਨਹੀਂ ਹੋ ਸਕਦਾ। ਤਾਂ ਪ੍ਰੀਵੈਂਸ਼ਨਸ ਹੈਗੇ ਕਿ ਜਿੰਨੀ ਵੀ ਰਾਬਰੀਜ਼ ਉਹਨਾਂ ਨੂੰ ਘੱਟ ਤੋਂ ਘੱਟ ਕਿਸ ਤਰ੍ਹਾਂ ਕਰਾ ਜਾਏ। ਸਾਡੀ ਨਸੀਹਤ ਔਰ ਸਾਡਾ ਜਿਹੜਾ ਅਵੇਅਰਨੈਸ ਔਰ ਇਨਫੋਰਮੇਸ਼ਨ ਆਪਣੇ ਸਟੋਰ ਮਾਲਕਾਂ ਤੋਂ ਜਾਂ ਮੈਂਬਰਸ ਨੂੰ ਹੈਗਾ ਉਹ ਹੈਗਾ ਕਿ ਜਿਹੜਾ EMPLOYEE ਸਾਡਾ ਕੰਮ ਕਰ ਰਿਹਾ ਉਸ ਸਟੋਰ ਦੇ ਵਿੱਚ ਉਹ ਤੋਂ ਜ਼ਿਆਦਾ ਕੋਈ ਇੰਪੋਰਟੈਂਟ ਕੰਮ ਉਹ ਤੋਂ ਜ਼ਿਆਦਾ ਇੰਪੋਰਟੈਂਟ ਕੁਝ ਨਹੀਂ ਹੈ। ਹਾਂਜੀ, ਉਸ ਲਾਈਫ ਤੋਂ ਜ਼ਿਆਦਾ ਕੋਈ ਵੀ ਕੀਮਤੀ ਚੀਜ਼ ਨਹੀਂ ਹੈ। ਬਿਲਕੁਲ। ਤਾਂ ਅਸੀਂ ਇਹ ਕਹਿੰਦੇ ਸਭ ਤੋਂ ਪ੍ਰਾਇਮਰੀ ਫੈਕਟਰ ਹੈ ਕਿ ਉਹ ਲਾਈਫ ਕਿਸ ਤਰ੍ਹਾਂ ਬਚੇ। ਜੇ ਬੰਦਾ ਗਨ ਲੈ ਕੇ ਆ ਗਿਆ ਤੁਸੀਂ ਕੀ ਕਰੋਗੇ? ਅਸੀਂ ਇਹ ਨਸੀਹਤ ਦਿੰਦੇ ਕਿ ਜਿਹੜਾ ਵੀ ਉਹ ਚਾਹੁੰਦਾ ਹੈ
ਉਹਦੀ ਹੈਲਪ ਕਰੋ, ਹੱਥ ਆਪਣੇ ਉੱਪਰ ਕਰ ਲਓ, ਉਹਨੂੰ ਲੈ ਜਾਣ ਦਿਓ, ਕਿਉਂਕਿ ਹਰੇਕ ਚੀਜ਼ ਰਿਪਲੇਸੇਬਲ ਹੈਗੀ ਇੱਕ ਸਟੋਰ ਦੇ ਵਿੱਚ, ਛੱਡ ਕੇ ਇਨਸਾਨੀ ਜਾਨ ਔਰ ਜਿਹੜਾ ਜਾਨ ਹੈਗੀ। ਬਿਲਕੁਲ। ਔਰ ਇਹ ਕਈ ਘਟਨਾਵਾਂ ਇਹੋ ਜਿਹੀਆਂ ਸਾਹਮਣੇ ਆਈਆਂ ਜਿਹਦੇ 'ਚ ਸਟੋਰ ਕਲਰਕ ਦੀ ਮੌਤ ਹੋ ਗਈ। ਜੀ 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 ਬਹੁਤ ਘਟਨਾਵਾਂ, ਜਦੋਂ ਬੜਾ ਦੁੱਖ ਹੁੰਦਾ, ਕਿਉਂਕਿ ਬਹੁਤ ਵੱਡਾ ਸਾਡਾ ਪੰਜਾਬੀ ਭਾਈਚਾਰਾ ਕੈਲੀਫੋਰਨੀਆ ਦੀ ਜੇ ਆਪਾਂ ਗੱਲ ਕਰ ਲਈਏ ਤੇ ਬਹੁਤ ਵੱਡੀ ਜਿਹੜੀ ਗਿਣਤੀ ਹੈ ਉਹ ਗੈਸ ਸਟੇਸ਼ਨਸ ਤੇ ਕਨਵੀਨੀਅੰਸ ਸਟੋਰ ਓਨ ਕਰਦੇ ਨੇ। जी जी सो मोस्ट अपने ओनर्स हैंगे वो भी ओनर्स अपने पंजाबी भरा हैं, और जेडे वर्कर्स हैंगे वो भी उसे पंजाबी ज़्यादा अपनी कम्युनिटी ਜ਼ਿਆਦਾ ਹੈਗੀ ਆ। ਇੱਕ ਵੇਲਾ ਹੋ ਗਿਆ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਚਰਚਾ ਜਾਰੀ ਰੱਖਾਂਗੇ। ਹੁਣ ਅਗਲੇ ਸੈਗਮੈਂਟ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਆ ਵਾਰਦਾਤਾਂ ਇਹ ਕਿੱਦਾਂ ਇਹ ਤੋਂ ਬਚਿਆ ਜਾ ਸਕਦਾ, ਕਿੱਦਾਂ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਇਹੋ ਜਿਹੀਆਂ ਵਾਰਦਾਤਾਂ ਸਾਡੇ ਸਟੋਰ ਦੇ ਵਿੱਚ ਨਾ ਵਾਪਰਨ। ਉਹਨੂੰ ਦੇਖਦੇ ਹੋਏ ਇਹਦੇ ਬਾਰੇ ਚਰਚਾ ਕਰਾਂਗੇ। ਕਿਤੇ ਜਾਈਓ ਨਾ, ਹੁਣੀ ਹਾਜ਼ਰ ਹੁੰਨੇ ਆ।